Hello, good morning, students. I am Sunil Sharma, English lecturer, Government Senior Secondary Smart School, Sansra, Amritsar. Today we will do our ninth class, second chapter, Plants Also Breathe and Feel. Let's have a brief introduction to the chapter. Sir Jagdish Chandra Bose was a well-known Indian scientist. He studied animal and plant life. He proved that plants could feel and hear like human beings. To prove this, he designed and built a machine named Crescograph. Scientists at the Paris Science Congress of 1900 were amazed to see this wonderful machine. Jagdish Chandra Bose made a name for himself and for the country in scientific world. ਸਰ ਜਗਦੀਸ਼ ਚੰਦਰਾ ਬੋਸ ਜਿਹੜੇ ਸੀ ਉਹ ਸਾਡੇ ਬਹੁਤ ਹੀ ਵੈਲ ਨੋਨ ਇੰਡੀਅਨ ਸਾਇੰਟਿਸਟ ਸੀ ਜਿਨ੍ਹਾਂ ਨੇ ਕਿ ਐਨੀਮਲ ਅਤੇ ਪਲਾਂਟ ਦੀ ਸਟੱਡੀ ਕੀਤੀ ਲਾਈਫ ਦੀ ਉਹਨਾਂ ਦੀ ਔਰ ਉਹਨਾਂ ਨੇ ਪ੍ਰੂਵ ਕੀਤਾ ਕਿ ਪਲਾਂਟਸ ਜਿਹੜੇ ਆ ਉਹ ਬਰੀਥ ਵੀ ਕਰ ਸਕਦੇ ਆ ਉਹ ਫੀਲ ਹੈਪੀ ਵੀ ਕਰ ਸਕਦੇ ਆ ਉਹ ਹਿਊਮਨ ਬੀਇੰਗਸ ਦੇ ਵਾਂਗ ਹੀਅਰ ਵੀ ਕਰ ਸਕਦੇ ਆ ਸੁਣ ਵੀ ਸਕਦੇ ਆ ਇਹ ਸਭ ਕੁਝ ਪ੍ਰੂਵ ਕਰਨ ਵਾਸਤੇ ਉਹਨਾਂ ਨੇ ਇੱਕ ਮਸ਼ੀਨ ਬਣਾਈ ਜਿਸ ਦਾ ਨਾਮ ਉਹਨਾਂ ਨੇ ਕ੍ਰੈਸਕੋਗ੍ਰਾਫ ਰੱਖਿਆ ਜਿਸ ਨੂੰ ਵੇਖ ਕੇ 1900 ਸਦੀ ਵਿੱਚ ਪੈਰਿਸ ਵਿੱਚ ਸਾਇੰਸ ਕਾਂਗਰਸ ਹੋਈ ਸੀ ਇੱਕ ਸਾਇੰਸ ਦਾ ਸੈਮੀਨਾਰ ਹੋਇਆ ਸੀ ਬਹੁਤ ਵੱਡਾ ਉਸ ਵਿੱਚ ਜਦੋਂ ਸਾਇੰਟਿਸਟ ਨੇ ਉਸ ਮਸ਼ੀਨ ਨੂੰ ਵੇਖਿਆ ਤਾਂ ਉਹ ਬਹੁਤ ਹੀ ਹੈਰਾਨ ਹੋਏ ਔਰ ਇਸ ਨਾਲ ਉਹਨਾਂ ਨੇ ਆਪਣਾ ਵੀ ਨਾਮ ਦੁਨੀਆ ਵਿੱਚ ਕੀਤਾ ਅਤੇ ਆਪਣੇ ਕੰਟਰੀ ਦਾ ਨਾਮ ਵੀ ਦੁਨੀਆ ਵਿੱਚ ਕੀਤਾ ਲੈਟਸ ਸੀ ਲੈਸਨ ਵਿੱਚ ਹੋਰ ਇਸ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ ਲੈਟਸ ਸਟਾਰਟ Sir Jagdish Chandra Bose was a well-known Indian scientist. He was born in 1858 in a village in Bengal. He studied physics at Calcutta University. Then he went to England for further studies. He graduated from Cambridge and returned to India. And he was appointed professor in physics in the Presidency College, Calcutta. 1858 ਈਸਵੀ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਕੈਲਕਟਾ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਕੈਲਕਟਾ ਵਿੱਚ ਹੀ ਆਪਣੀ ਫਿਜ਼ਿਕਸ ਦੀ ਸਟੱਡੀਜ਼ ਕੀਤੀ ਫਰਦਰ ਸਟੱਡੀਜ਼ ਵਾਸਤੇ ਉਹ ਜਿਹੜੇ ਸੀ ਆਪਣੇ ਇੰਗਲੈਂਡ ਗਏ ਅਤੇ ਉੱਥੇ ਉਹਨਾਂ ਨੇ ਗ੍ਰੈਜੂਏਟ ਕੀਤੀ ਕੈਂਬਰਿਜ ਤੋਂ ਔਰ ਉੱਥੋਂ ਆ ਕੇ ਉਹ ਪ੍ਰੋਫੈਸਰ ਅਪੁਆਇੰਟ ਕੀਤੇ ਗਏ ਫਿਜ਼ਿਕਸ ਦੇ ਪ੍ਰੈਜ਼ੀਡੈਂਸੀ ਕਾਲਜ ਕੈਲਕਟਾ ਵਿੱਚ ਇਹ ਸੀ ਉਹਨਾਂ ਦਾ ਬਰੀਫ history about his studies. Then in those days of British rule, so the British rules ਹੁੰਦਾ ਸੀ ਸਾਡੇ ਇੰਡੀਆ ਵਿੱਚ and Indians usually get 2/3 of the salary ਜਿੰਨੀ ਇੱਕ ਬ੍ਰਿਟਿਸ਼ਰਸ ਨੂੰ ਸੈਲਰੀ ਮਿਲਦੀ ਸੀ ਇੱਕ ਕਾਲਜ ਵਿੱਚ ਇੰਡੀਅਨਸ ਨੂੰ 2/3 2/3 ਹਿੱਸਾ ਉਸ ਦੀ ਸੈਲਰੀ ਮਿਲਦੀ ਸੀ he revolted against his He did not touch his salary about 3 years. 3 ਸਾਲ ਤੱਕ ਉਹਨਾਂ ਨੇ ਆਪਣੀ ਸੈਲਰੀ ਨੂੰ ਟੱਚ ਨਹੀਂ ਕੀਤਾ ਕੋਰਟ ਵਿੱਚ ਉਹ ਗਏ ਔਰ ਐਂਡ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੀ ਵਿਨ ਔਰ ਜਦ ਉਹ ਪਲਾਂਟਸ ਬਾਰੇ ਟਾਕ ਕਰਦੇ ਸੀ ਗੱਲਾਂ ਕਰਦੇ ਸੀ ਕਿ ਪਲਾਂਟਸ ਹੈਵ देयर ਓਨ ਲਾਈਫ ਦੇ ਕੈਨ ਬਰੀਥ ਦੇ ਕੈਨ ਫੀਲ ਹੈਪੀ people make it a joke people think it a joke ਮਜ਼ਾਕ ਕਰਦੇ ਸੀ ਲੋਕੀ ਇਹ ਕਿ ਚੁਟਕਲੇ ਸੁਣਾਈ ਜਾਂਦੇ ਹਨ ਪਲਾਂਟਸ ਦਾ ਇਹ ਹੁੰਦਾ ਹੈ ਉਹ ਹੁੰਦਾ ਹੈ ਪਲਾਂਟਸ ਦਾ ਕੁਝ ਵੀ ਨਹੀਂ ਹੁੰਦਾ then J.C. Bose ਜਗਦੀਸ਼ ਚੰਦਰਾ ਬੋਸ begins his experiment ਉਹਨਾਂ ਨੇ ਆਪਣਾ ਐਕਸਪੈਰੀਮੈਂਟ ਸ਼ੁਰੂ ਕੀਤਾ his work made him all famous over the world he had been interested in animal and plant lives in boyhood ਬਚਪਨ ਤੋਂ ਹੀ ਉਹ ਆਪਣਾ ਪਲਾਂਟਸ ਅਤੇ ਐਨੀਮਲ ਦੀ ਲਾਈਫ ਬਾਰੇ ਪੜ੍ਹਨਾ ਚਾਹੁੰਦੇ ਸੀ ਜਾਂ ਉਹਨਾਂ ਵਿੱਚ ਉਹਨਾਂ ਨੂੰ ਬਹੁਤ ਇੰਟਰਸਟ ਸੀ ਹੀ ਨੋਟਿਸਡ ਦੈਟ ਹਿਜ਼ ਵਾਇਰਲੈਸ ਰਿਸੀਵਰ ਸ਼ੋਡ ਸਾਈਨ ਆਫ ਟਾਇਰਡਨੈਸ ਆਫਟਰ ਇਟ ਹੈਡ ਬੀਨ ਇਨ ਯੂਜ਼ ਫੋਰ ਸਮ ਟਾਈਮ ਉਹਨਾਂ ਨੇ ਇੱਕ ਵਾਇਰਲੈਸ ਰਿਸੀਵਰ ਬਣਾਇਆ ਸੀ ਜਿਹੜਾ ਕਾਲ ਰਿਸੀਵ ਕਰਦਾ ਸੀ ਜਾਂਦੀ ਸੀ ਇੱਕ ਵੀ ਜਦੋਂ ਤੱਕ ਜ਼ਿਆਦਾ ਕੰਮ ਕਰ ਲਓ ਉਸ 'ਤੇ ਉਹ ਥੋੜ੍ਹਾ ਟਾਇਰਡ ਫੀਲ ਕਰਦਾ ਥੱਕ ਜਾਂਦਾ ਸੀ ਅਤੇ ਰੈਸਟ ਤੋਂ ਬਾਅਦ ਉਹ ਜਿਹੜਾ ਫਿਰ
ਤਗੜੇ ਹੋ ਕੇ ਕੰਮ ਕਰਦਾ ਸੀ। ਜਗਦੀਸ਼ ਚੰਦਰਾ ਬੋਸ realized that there was a similarity in behavior of living and non-living things। ਵੀ ਪਲਾਂਟਸ ਨੂੰ ਅਸੀਂ ਨੋਨ ਲਿਵਿੰਗ ਸਮਝਦੇ ਹਾਂ, ਪਰ ਇਹਨਾਂ ਵਿੱਚ ਵੀ ਲਾਈਫ ਹੈ। ਹੀ ਸੈਡ ਦੈਟ ਪਲਾਂਟਸ ਐਂਡ ਐਨੀਮਲ ਹੈਵ देयर ओन ਲਾਈਫ। ਵੀ ਪਲਾਂਟਸ ਅਤੇ ਐਨੀਮਲਸ ਵਿੱਚ ਆਪਣੀ ਇੱਕ ਅਲੱਗ ਤਰ੍ਹਾਂ ਦੀ ਉਹਨਾਂ ਦੀ ਆਪਣੀ ਇੱਕ ਜ਼ਿੰਦਗੀ ਹੈ। ਐਂਡ ਕੁਡ ਬਿਕਮ ਟਾਇਰਡ, ਉਹ ਥੱਕਦੇ ਵੀ ਨੇ, ਡਿਪਰੈਸਡ ਵੀ ਹੁੰਦੇ ਨੇ, ਦੁਖੀ ਵੀ ਹੁੰਦੇ ਨੇ, ਹੈਪੀ ਵੀ ਹੁੰਦੇ ਨੇ, ਖੁਸ਼ ਵੀ ਹੁੰਦੇ ਨੇ। ਉਹ ਫੀਲਿੰਗਸ ਵੀ ਨੇ ਉਹਨਾਂ ਵਿੱਚ, ਦੇ ਫੀਲ। In order to prove that thing, ਜਗਦੀਸ਼ ਚੰਦਰਾ ਬੋਸ built a machine called crescograph। ਇਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਪਲਾਂਟਸ ਵਿੱਚ ਵੀ ਜਾਨ ਹੈ, they had life, they can feel happy, sad, enjoyment। He invented a machine named crescograph। ਕ੍ਰੈਸਕੋਗ੍ਰਾਫ ਇੱਕ ਮਸ਼ੀਨ ਦਾ ਨਾਮ ਰੱਖਿਆ, ਜਿਹੜੀ ਕਿ ਇਹ ਸਭ ਕੁਛ ਮੈਜਰ ਕਰਦੀ ਸੀ, ਇਸ ਬਾਰੇ ਦੱਸਦੀ ਸੀ ਵੀ ਕਦੋਂ ਪਲਾਂਟ ਸੈਡ ਹੈ, ਕੀ ਉਹ ਹੈਪੀ ਹੈ, ਠੀਕ ਹੈ। ਔਰ ਦਿਸ ਥਿੰਗ ਔਰ ਦਿਸ ਇਨਵੈਂਸ਼ਨ ਮੇਡ ਹਿਮ ਏ ਫੇਮਸ ਮੈਨ ਇਨ ਦਾ ਵਰਲਡ। all scientists thought that mere a scientist from India can do a such big thing। ਸੋਚਦੇ ਸੀ ਉਹ ਵੀ ਇੰਡੀਆ 'ਚ ਛੋਟੇ ਜਿਹੇ ਕੰਟਰੀ ਤੋਂ, ਕਿਉਂਕਿ ਇੰਡੀਆ ਉਦੋਂ ਸਾਇੰਸ ਵਿੱਚ ਇੰਨਾ ਜ਼ਿਆਦਾ ਤਰੱਕੀ ਨਹੀਂ ਸੀ ਕੀਤੀ ਇੰਡੀਆ ਨੇ। ਔਰ ਜਦੋਂ ਉਹਨਾਂ ਨੇ ਦੱਸਿਆ ਕਿ ਮੈਂ ਇੰਡੀਆ ਤੋਂ ਹਾਂ ਔਰ ਮੈਂ ਇਨਵੈਂਟ ਕੀਤਾ ਹੈ, ਤਾਂ ਉਹਨਾਂ ਦੀ ਬਹੁਤ ਤਾਰੀਫ ਕੀਤੀ ਗਈ। ਬੋਸ ਮੇਡ ਏ ਮੈਨ ਫॉर ਹਿਮਸੈਲਫ ਐਂਡ ਹਿਜ਼ ਕੰਟਰੀ ਇਨ ਦਾ ਸਾਇੰਟੀਫਿਕ ਵਰਲਡ। ਸਾਇੰਸ ਦੀ ਦੁਨੀਆ ਵਿੱਚ ਉਹਨਾਂ ਨੇ ਆਪਣੇ ਦੇਸ਼ ਦਾ ਔਰ ਆਪਣਾ ਨਾਮ ਬਹੁਤ ਵਧੀਆ ਤਰੀਕੇ ਨਾਲ ਬਣਾਇਆ। ਔਰ ਉਹਨਾਂ ਨੂੰ ਬਹੁਤ ਵਿਸ਼ਵਾਸ ਸੀ ਕਿ ਇੰਡੀਅਨ ਜਿਹੜੇ ਬਹੁਤ ਲਾਈਕ ਪਰਸਨਸ ਨੇ, ਇੰਟੈਲੀਜੈਂਟ ਨੇ। ਹੀ ਵਾਜ਼ ਸਰਟਨ ਦੈਟ ਦੇ ਵਰ ਕੈਪੇਬਲ ਆਫ ਮੇਕਿੰਗ ਗ੍ਰੇਟ ਡਿਸਕਵਰੀਜ਼। ਇੰਡੀਅਨ ਜਿਹੜੇ ਨੇ ਬਹੁਤ ਜ਼ਿਆਦਾ ਡਿਸਕਵਰੀਜ਼ ਕਰ ਸਕਦੇ ਨੇ। He said that there could be no happiness for a single person unless it had been one for all। ਕਹਿੰਦਾ ਹੈਪੀਨੈਸ ਉਹੋ ਹੀ ਹੁੰਦੀ ਹੈ, ਇਕੱਲੇ ਬੰਦੇ ਵਾਸਤੇ ਹੈਪੀਨੈਸ ਦਾ ਕੋਈ ਮੁੱਲ ਨਹੀਂ ਹੁੰਦਾ, ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ। ਹੈਪੀਨੈਸ ਉਹ ਹੁੰਦੀ ਹੈ ਜਿਹੜੀ ਵਨ ਫॉर ਆਲ, ਜਿਹੜੀ ਕਿ ਸਾਰਿਆਂ ਵਾਸਤੇ ਹੈਪੀਨੈਸ ਜਿੱਤੀ ਜਾ ਸਕੇ, ਲਈ ਜਾ ਸਕੇ। ਸੋ ਇਨ ਦਿਸ ਲੈਸਨ you are able to know about the life of Sir Jagdish Chandra Bose, scientist, professor in Calcutta, how he invented the machine, what were difficulties faced by him during this invention, and at the end the main thing, the name of the instrument and the work of the instrument named crescograph। ਇਸ ਬਾਰੇ ਸਾਰੀ ਜਾਣਕਾਰੀ ਅਸੀਂ ਪ੍ਰਾਪਤ ਕੀਤੀ ਹੈ। ਹੋਪ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ ਤੁਹਾਨੂੰ ਸੈਕਿੰਡ ਲੈਸਨ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਹੋਏਗੀ, ਹੋ ਗਈ ਹੋਣੀ ਹੈ। ਇਸ ਨੂੰ ਵੀਡੀਓ ਨੂੰ ਸੁਣ ਕੇ क्वेश्चंस अटैम्प्ट करने की कोशिश करो, और क्वेश्चंस विल बी अपलोडेड ऑन योर WhatsApp group। ओके, थैंक यू। स्टे होम, स्टे सेफ।